ਹੈਲੋ ਸਟੂਡੈਂਟਸ, ਅੱਜ ਆਪਾਂ ਕਰਾਂਗੇ ਪੋਲੀਟੀਕਲ ਸਾਇੰਸ ਦਾ ਇੰਪੋਰਟੈਂਟ ਟੌਪਿਕ ਫੰਡਾਮੈਂਟਲ ਰਾਈਟਸ। ਤੇ ਆਓ ਸਟਾਰਟ ਕਰਦੇ ਹਾਂ। ਹਾਂਜੀ, ਇਹਦੇ ਵਿੱਚ ਕਿਹੜੇ ਕਿਹੜੇ ਕੁਐਸਚਨ ਬਣ ਸਕਦੇ ਆ। ਹਾਂਜੀ, ਪਹਿਲਾ ਕੁਐਸਚਨ ਕੀ ਆ ਕਿ ਜਿਹੜਾ ਫੰਡਾਮੈਂਟਲ ਰਾਈਟ ਆ ਉਹ ਸੰਵਿਧਾਨ ਦੇ 91ਵੇਂ ਭਾਗ ਵਿੱਚ, ਹਾਂਜੀ ਭਾਗ 91 ਚ ਤੀਸਰੇ ਵਿੱਚ, ਹਾਂਜੀ ਫੰਡਾਮੈਂਟਲ ਜਿਹੜਾ ਰਾਈਟ ਆ ਉਹ 91ਵੇਂ ਆਰਟੀਕਲ ਤੋਂ 91ਵੇਂ ਆਰਟੀਕਲ ਤੱਕ, ਹਾਂਜੀ ਯਾਨੀ ਕਿ ਅਨੁਛੇਦ 91 ਤੋਂ 91 ਤੱਕ, ਹਾਂਜੀ ਪਤਾ ਹੋਣਾ ਚਾਹੀਦਾ। 12 ਤੋਂ ਹਾਂਜੀ 35 ਤੱਕ। ਕੋਈ ਵੀ ਜਦੋਂ ਆਪਾਂ ਪੋਲੀਟੀਕਲ ਸਾਇੰਸ ਦਾ ਟੌਪਿਕ ਕਰਦੇ ਹਾਂ ਉਹਦੇ ਵਿੱਚ ਭਾਗ 91 ਤੇ ਆਰਟੀਕਲ 91 ਇਹ ਕੁਐਸਚਨ ਯਾਨੀ ਕਿ ਆਉਂਦੇ ਰਹਿੰਦੇ ਆ। ਤੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਸੰਵਿਧਾਨ ਜਦੋਂ ਲਾਗੂ ਹੋਇਆ ਸੀਗਾ ਉਦੋਂ ਅਡੋਪਟ ਕੀਤਾ ਸੀ ਆਪਾਂ, ਉਦੋਂ 22 ਭਾਗ ਸੀ ਇਹਦੇ ਵਿੱਚ, ਤੇ ਜੋ ਵੱਧਦੇ ਕਿੰਨੇ ਹੋ ਗਏ ਹੁਣ 25 ਹੋ ਗਏ। ਇੱਦਾਂ ਹੀ ਅਨੁਛੇਦ ਕਿੰਨੇ ਸੀਗੇ, ਆਰਟੀਕਲ ਕਿੰਨੇ ਸੀਗੇ 395 ਸੀਗੇ, ਤੇ ਹੁਣ ਕਿੰਨੇ ਹੋ ਗਏ 448। ਹੋ ਸਕਦਾ ਇਹ ਤੋਂ ਵੱਧ ਵੀ ਹੋ ਗਏ ਹੁਣ, ਕਿਉਂਕਿ ਸੋਧਾਂ ਹੁੰਦੀਆਂ ਰਹਿੰਦੀਆਂ। ਹੁਣ ਤੱਕ 100 ਤੋਂ ਉੱਪਰ ਸੋਧਾਂ ਹੋ ਚੁੱਕੀਆਂ, ਅਮੈਂਡਮੈਂਟ ਹੋ ਚੁੱਕੀਆਂ ਵਾ। ਤੇ ਇੱਕ ਅਨੁਸੂਚੀਆਂ ਸ਼ਡਿਊਲ ਬਾਰੇ ਆਪਾਂ ਪੜ੍ਹਿਆ ਵੀ ਸੀ। ਪਹਿਲਾਂ ਸੂਚੀਆਂ ਕਿੰਨੀਆਂ ਸੀਗੀਆਂ 8, ਤੇ ਹੁਣ ਕਿੰਨੀਆਂ ਹੋ ਗਈਆਂ 12। ਲਾਸਟ ਵੀਡੀਓ ਵਿੱਚ ਇਹਦੇ ਬਾਰੇ ਪੜ੍ਹਿਆ ਸੀ ਆਪਾਂ। ਇੱਕ ਟ੍ਰਿਕ ਵੀ ਸੀ ਟੀਅਰਸ ਆਫ ਓਲਡ PM। ਹਾਂਜੀ, ਉਹ ਵੀਡੀਓ ਵਿੱਚ ਇੰਪੋਰਟੈਂਟ ਕੁਐਸਚਨ ਡਿਸਕਸ ਵੀ ਕੀਤੇ ਸੀ ਆਪਾਂ, ਉਹ ਜ਼ਰੂਰ ਦੇਖਿਓ, ਭਾਵੇਂ ਕਿ ਥੋੜ੍ਹੀ ਜਿਹੀ ਕਲੈਰਿਟੀ ਘੱਟ ਆ ਵੀਡੀਓ ਵਿੱਚ। ਹਾਂਜੀ, ਹੋਰ ਕੀ ਕੁਐਸਚਨ ਬਣਦਾ, ਇਹ ਜਿਹੜਾ ਮੌਲਿਕ ਅਧਿਕਾਰ ਦਾ ਕੰਸੈਪਟ ਆ ਕਿ ਕਿਹੜੀ ਕੰਟਰੀ ਤੋਂ ਬਾਹਰੋਂ ਕੀਤਾ ਗਿਆ। ਹਾਂਜੀ, ਇਹ ਕਿੱਥੋਂ ਕੀਤਾ ਗਿਆ, USA ਤੋਂ। ਜਦੋਂ ਸੰਵਿਧਾਨ ਬਣਾਉਂਦੇ ਸੀ ਉਦੋਂ ਲਗਭਗ 60 ਕੰਟਰੀ ਦੇ ਸੰਵਿਧਾਨ ਪੜ੍ਹੇ ਗਏ ਸੀਗੇ ਜਾਂ ਡਿਸਕਸ ਕੀਤੇ ਗਏ ਸੀਗੇ। ਤੇ ਕੋਈ ਕੰਸੈਪਟ ਕਿੱਥੋਂ ਲਿਆ, ਕਿਸੇ ਦੇ ਸੰਵਿਧਾਨ ਚੋਂ ਲਿਆ, ਕਿਸੇ ਕੰਟਰੀ ਤੋਂ ਲਿਆ। ਇਹ ਜਿਹੜਾ ਮੌਲਿਕ ਅਧਿਕਾਰਾਂ ਦਾ ਕੰਸੈਪਟ ਆ ਉਹ ਕਿੱਥੋਂ ਲਿਆ, ਕਿਹੜੀ ਕੰਟਰੀ ਤੋਂ ਲਿਆ, USA ਦੇ ਸੰਵਿਧਾਨ ਤੋਂ। ਹਾਂਜੀ, USA ਤੋਂ। ਹੁਣ ਗੱਲ ਕਰਦੇ ਹਾਂ ਆਪਣਾ ਜਿਹੜੇ ਹੋਰ ਕੁਐਸਚਨ ਬਾਰੇ। ਜਿਹੜਾ ਸਮਾਨਤਾ ਦਾ ਅਧਿਕਾਰ ਆ ਉਹ ਕਿੰਨੇ ਆਰਟੀਕਲ ਤੋਂ ਕਿੰਨੇ ਆਰਟੀਕਲ ਤੱਕ ਆ। ਹਾਂਜੀ, ਪਤਾ ਹੋਣਾ ਚਾਹੀਦਾ 14 ਤੋਂ 18 ਤੱਕ, ਇਹ ਜ਼ਰੂਰ ਪਤਾ ਹੋਣਾ ਚਾਹੀਦਾ। ਤੇ ਇਹ ਆਰਟੀਕਲ ਕਿੰਨੇ ਆ 5, 14, 15, 16, 17, 18। ਇਹਨਾਂ ਨੂੰ ਭਾਵੇਂ ਇਕੱਲੇ ਬਾਰੇ ਨਾ ਪਤਾ ਹੋਵੇ। ਤੇ ਜਿਹੜਾ ਆਹ ਪਤਾ ਹੋਣਾ ਚਾਹੀਦਾ 14 ਤੋਂ 18 ਕਿਹੜੀ ਆ, ਸਮਾਨਤਾ ਦਾ ਅਧਿਕਾਰ, ਰਾਈਟ ਟੂ ਇਕੁਐਲਿਟੀ, ਕਿੰਨੇ ਆਰਟੀਕਲ ਤੋਂ ਕਿੰਨੇ ਆਰਟੀਕਲ ਤੱਕ ਆ, 14 ਤੋਂ 18 ਤੱਕ। ਇਹਦੇ ਵਿੱਚ ਆਹ ਜਿਹੜਾ 17ਵਾਂ ਵਾ ਉਹ ਇੰਪੋਰਟੈਂਟ ਆ, ਉਹ ਜ਼ਰੂਰ ਯਾਦ ਕਰ ਲਿਓ। ਹਾਂਜੀ, ਮਾੜਾ ਮੋਟਾ ਡਿਸਕਸ ਕਰ ਲੈਂਦੇ ਹਾਂ, ਜੇ ਕੋਈ ਨੋਟ ਕਰਨਾ ਚਾਹਵੇ ਬਾਕੀ ਵੀ ਕਰ ਸਕਦਾ। ਹਾਂਜੀ, 14 ਦੇ ਵਿੱਚ ਹਾਂਜੀ ਕਾਨੂੰਨੀ ਜਿਹੜੇ ਆ ਸਾਰੇ ਯਾਨੀ ਕਿ ਵਿਅਕਤੀ ਆ ਜਿਹੜੇ ਇੰਡੀਅਨ ਸਾਰੇ ਸਮਾਨ ਆ, ਕੋਈ ਭੇਦਭਾਵ ਨਹੀਂ, ਸਾਰਿਆਂ ਵਿੱਚ ਸਮਾਨਤਾ ਵਾ, ਅਮੀਰ ਹੋਵੇ ਭਾਵੇਂ ਗਰੀਬ ਹੋਵੇ। ਕਾਨੂੰਨੀ ਸਮਾਨਤਾ ਬਾਰੇ ਗੱਲ ਕੀਤੀ ਗਈ ਹੈ। ਹਾਂਜੀ, 15 ਵਿੱਚ ਕੋਈ ਵੀ ਕਾਸਟ ਹੋਵੇ, ਕੋਈ ਵੀ ਧਰਮ ਆ, ਕੋਈ ਵੀ ਲਹਿੰਗਾ ਯਾਨੀ ਕਿ ਮਤਲਬ ਆਦਮੀ ਆ ਜਾਂ ਔਰਤ ਆ, ਕਿਤੇ ਵੀ ਜਨਮ ਹੋਇਆ ਉਸ ਆਧਾਰ 'ਤੇ ਕੋਈ ਭੇਦਭਾਵ ਨਹੀਂ, ਸਾਰਿਆਂ ਵਿੱਚ ਨੂੰ ਸਮਾਨਤਾ ਵਾ। ਇਹ ਲਿਖਿਆ ਗਿਆ ਆਰਟੀਕਲ 15 ਦੇ ਵਿੱਚ। ਆਰਟੀਕਲ 16 ਕੀ ਕਹਿੰਦਾ, ਹਾਂਜੀ ਇਹਦੇ ਵਾਸਤੇ ਕੀ ਹੈ, ਸਰਕਾਰੀ ਨੌਕਰੀ ਵਾਸਤੇ ਕੋਈ ਭੇਦਭਾਵ ਨਹੀਂ ਗਾ, ਸਾਰੇ ਕੀ ਆ ਇੱਕ ਸਮਾਨ ਆ, ਸਾਰੇ ਕੀ ਆ ਸਮਾਨਤਾ ਵਾ। 17 ਕੀ ਹੈ ਜਿਹੜਾ ਇੰਪੋਰਟੈਂਟ ਹੈ ਜ਼ਰੂਰ ਯਾਦ ਰੱਖਣਾ। ਹਾਂਜੀ, ਇਹ ਕੀ ਹੈ, ਅਛੂਤਤਾ ਦਾ ਅੰਤ। ਹਾਂਜੀ, ਇਹਦੇ ਵਾਸਤੇ ਅਸੀਂ ਟੈਕ ਵੀ ਯਾਦ ਸਕਦੇ ਹਾਂ, ਇੱਕ ਸਾਥ, ਯਾਨੀ ਕਿ ਹਿੰਦੀ ਵਿੱਚ ਪੜ੍ਹੀਏ ਤਾਂ ਏਕ ਸਾਥ। ਏਕ ਸਾਥ ਦਾ ਮਤਲਬ ਇਕੱਠੇ, ਜਦੋਂ ਆਪਾਂ ਇਕੱਠੇ ਰਹਿੰਦੇ ਹਾਂ, ਇਕੱਠੇ ਪੜ੍ਹਦੇ ਹਾਂ, ਫਿਰ ਅਛੂਤਤਾ ਦਾ ਅੰਤ ਹੋ ਹੀ ਜਾਂਦਾ। ਤੇ ਅਛੂਤਤਾ ਬਾਰੇ ਤੁਸੀਂ ਸਮਝਦੇ ਹੋ। ਹਾਂਜੀ, ਏਕ ਸਾਥ, ਹਾਂਜੀ ਟ੍ਰਿਕ ਆ। ਤੇ 18 ਕੀ ਹੈ, ਇਹਦੇ ਵਿੱਚ ਕੀ ਹੈ, ਉਪਾਧੀਆਂ ਦਾ ਅੰਤ। ਉਪਾਧੀਆਂ ਕੀ, ਪਹਿਲਾਂ ਰਾਜੇ ਮਹਾਰਾਜੇ ਯਾਨੀ ਕਿ ਉਪਾਧੀਆਂ ਦਿੰਦੇ ਹੁੰਦੇ ਸੀਗੇ, ਕਿਸੇ ਨੂੰ ਰਾਏ ਬਹਾਦਰ ਦੀ ਦਿੱਤੀ, ਕਿਸੇ ਨੂੰ ਹੋਰ ਦਿੱਤਾ, ਇੱਦਾਂ ਦਾ ਕੁਛ। ਤੇ ਅੰਗਰੇਜ਼ ਵੀ ਦਿੰਦੇ ਰਹੇ ਆ।
ਤੇ ਅੰਗਰੇਜ਼ਾਂ ਦੀਆਂ ਕੁਝ ਉਪਾਧੀਆਂ ਜਿੱਦਾਂ ਸਰ ਰਵਿੰਦਰਨਾਥ ਟੈਗੋਰ ਨੂੰ ਸਰ ਦੀ ਉਪਾਧੀ ਦਿੱਤੀ ਸੀ, ਤੇ ਮਹਾਤਮਾ ਗਾਂਧੀ ਨੂੰ ਕੇਸਰੀ ਹਿੰਦ ਦੀ ਉਪਾਧੀ ਦਿੱਤੀ ਸੀ। ਇਹ ਹਿਸਟਰੀ ਵਿੱਚ ਆ ਵੀ ਸਕਦਾ, ਯਾਨੀ ਕਿ ਨੋਟ ਵੀ ਕਰ ਸਕਦੇ ਇੱਥੇ ਤੁਸੀਂ। ਮਹਾਤਮਾ ਗਾਂਧੀ ਨੂੰ ਕੇਸਰੀ ਹਿੰਦ ਤੇ ਰਵਿੰਦਰਨਾਥ ਟੈਗੋਰ ਨੂੰ ਸਰ ਦੀ ਉਪਾਧੀ। ਹਾਂਜੀ, ਇੱਥੇ ਯਾਨੀ ਕਿ ਤੁਹਾਨੂੰ ਮੈਂ ਕੀ ਕਹੂੰਗਾ ਵੀ ਇੰਪੋਰਟੈਂਟ ਕੀ ਹੈ ਇੱਥੇ, ਇੱਕ ਤਾਂ ਪਤਾ ਹੋਣਾ ਚਾਹੀਦਾ 14 ਤੋਂ 18, ਇੱਕ ਕੀ ਆ 17 ਆਰਟੀਕਲ ਕਿਹੜਾ ਵਾ ਇਹ ਪਤਾ ਹੋਵੇ। ਹਾਂਜੀ, ਦੋ ਚੀਜ਼ਾਂ ਜ਼ਰੂਰ ਪਤਾ ਹੋਣ, ਬਾਕੀ ਸਰ ਜੂਗਾ। ਹਾਂਜੀ, ਹੁਣ ਅੱਗੇ ਕਰਦੇ ਹਾਂ ਆਜ਼ਾਦੀ ਦਾ ਅਧਿਕਾਰ, ਰਾਈਟ ਟੂ ਫਰੀडम। ਹਾਂਜੀ, ਇਹ ਕੀ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿੰਨੇ ਤੋਂ ਕਿੰਨੇ ਤੱਕ। ਹਾਂਜੀ, ਕਿੰਨੇ ਤੋਂ ਕਿੰਨੇ ਤੱਕ, 19 ਤੋਂ 22 ਤੱਕ। ਹਾਂਜੀ, ਇਹ ਵੀ ਇਕੱਲਾ ਇਕੱਲਾ ਜ਼ਰੂਰੀ ਨਹੀਂ ਵੀ ਆਪਾਂ ਨੂੰ ਪਤਾ ਹੋਵੇ, 19, 20, 21 ਤੇ 22। ਤੇ ਇਹਦੇ ਵਿੱਚ ਇੱਕ ਕੀ ਆ 21A ਆ, ਵੈਸੇ 19A ਵੀ ਹੈਗਾ ਵਾ। 21A ਕੀ ਆ ਇੰਪੋਰਟੈਂਟ ਆ, ਉਹਦੇ ਬਾਰੇ ਜ਼ਰੂਰ ਆਪਾਂ ਯਾਦ ਰੱਖਣਾ। ਹਾਂਜੀ, 19 ਕੀ ਆ ਆਰਟੀਕਲ, ਆਪਾਂ ਨੂੰ ਕੀ ਆ ਆਜ਼ਾਦੀ ਆ, ਕਾਹਦੀ ਆਜ਼ਾਦੀ, ਕਾਹਦੀ ਫਰੀडम ਆ, ਸਪੀਚ ਐਕਸਪ੍ਰੈਸ ਕਰਨ ਦੀ। ਇੱਕ ਇੱਕ ਵਰਡ ਲਿਖ ਦੇਣਾ ਐਕਸਪ੍ਰੈਸ। ਹਾਂਜੀ, ਸਪੀਚ ਦੀ, ਕਿਤੇ ਵੀ ਵਪਾਰ ਕਰਨ ਦੀ, ਕਿਤੇ ਵੀ ਰਹਿਣ ਦੀ, ਇੰਡੀਆ ਦੇ ਵਿੱਚ ਕਿਤੇ ਵੀ ਰਹਿ ਸਕਦੇ ਹਾਂ, ਕਿਤੇ ਵੀ ਵਪਾਰ ਕਰ ਸਕਦੇ ਹਾਂ, ਕੋਈ ਕਿਤੇ ਵੀ ਕਿਸੇ ਵੀ ਕੋਨੇ ਦੇ ਵਿੱਚ ਆਪਾਂ ਨੌਕਰੀ ਕਰ ਸਕਦੇ ਹਾਂ। ਇਹ ਸਾਡੇ ਕੋਲ ਕੀ ਆਜ਼ਾਦੀ ਆ, ਅਸੀਂ ਆਪਣੇ ਵਿਚਾਰ ਰੱਖ ਸਕਦੇ ਹਾਂ, ਐਕਸਪ੍ਰੈਸ ਕਰ ਸਕਦੇ ਹਾਂ, ਸਪੀਚ ਦੇ ਸਕਦੇ ਹਾਂ, ਫਰੀडम। ਹਾਂਜੀ, ਇਹ ਕਿਹੜਾ ਆਰਟੀਕਲ ਆ 19। ਹਾਂਜੀ, 20 ਦੇ ਵਿੱਚ ਕੀ ਆ, ਤੇ 20 ਦੇ ਵਿੱਚ ਜਿਹੜੇ ਯਾਨੀ ਕਿ ਆਹ ਵਰਡ ਆਊਗਾ ਵਿੱਚ ਅਪਰਾਧ, ਜ਼ਰੂਰ ਅਪਰਾਧੀਆਂ ਜੇ ਕੋਈ ਅਪਰਾਧ ਕਰਦਾ ਉਸ ਨਾਲ ਸੰਬੰਧਿਤ ਆ ਵੀ ਇੱਕ ਅਪਰਾਧ ਦੀ ਇੱਕ ਤੋਂ ਵੱਧ ਵਾਰ ਨਹੀਂ ਸਜ਼ਾ ਮਿਲ ਸਕਦੀ, ਤੇ ਜਾਂ ਜਿੰਨੀ ਕਿਸੇ ਅਪਰਾਧ ਦੀ ਸਜ਼ਾ ਵਾ ਉਨੀ ਹੀ ਮਿਲੂ, ਉਦੋਂ ਵੱਧ ਨਹੀਂ ਦੇ ਸਕਦੇ। ਵੀ ਚੋਰੀ ਦੀ ਸਜ਼ਾ ਫਰਜ਼ ਕਰ ਲਓ 4 ਮਹੀਨੇ ਆ, ਤੇ 4 ਮਹੀਨੇ ਇਹ ਨਹੀਂ ਵੀ ਆਪਾਂ ਕਹਿ ਰਹੀਏ ਵੱਡੀ ਚੋਰੀ ਕੀਤੀ ਹੈ ਤੇ ਇਹਨੂੰ 5 ਮਹੀਨੇ ਦੇ ਦਈਏ, ਇੱਦਾਂ ਨਹੀਂ ਗਾ। ਹਾਂਜੀ, 21 ਹੈਗੀ ਆ ਜਿਉਣ ਦੀ, ਲਾਈਫ ਪ੍ਰੋਟੈਕਸ਼ਨ ਆਫ ਲਾਈਫ। ਹਾਂਜੀ, ਜਾਂ ਕਹਿ ਦਈਏ ਆਪਾਂ ਰਾਈਟ ਟੂ ਲਿਵ। ਤੇ ਇਹਦੇ ਵਿੱਚ ਕੀ ਆ, ਹਾਂਜੀ ਆਪਾਂ ਨੂੰ ਜਿਉਣ ਦਾ ਅਧਿਕਾਰ ਆ, ਸਾਫ਼ ਹਵਾ ਚਾਹੀਦੀ ਆ ਸਾਨੂੰ, ਸਾਫ਼ ਪਾਣੀ ਸਾਡਾ ਯਾਨੀ ਕਿ ਰਾਈਟ ਆ। ਇਹ ਹੋ ਗਿਆ ਲਾਈਫ, ਰਾਈਟ ਟੂ ਲਿਵ ਜਾਂ ਲਾਈਫ ਕੀ ਆ, ਰਾਈਟ ਟੂ ਲਾਈਫ ਜਾਂ ਪ੍ਰੋਟੈਕਸ਼ਨ ਆਫ ਲਾਈਫ, ਜੋ ਮਰਜ਼ੀ ਇੱਕ ਵਰਡ ਲੈ ਲਓ, ਠੀਕ ਹੈ। ਆਹ ਜ਼ਰੂਰ ਯਾਦ ਰੱਖਣਾ, ਇਹ ਕੀ ਆ ਰਾਈਟ ਟੂ ਐਜੂਕੇਸ਼ਨ। ਹਾਂਜੀ, ਕੀ ਹੈ ਰਾਈਟ ਟੂ ਐਜੂਕੇਸ਼ਨ। ਇਹ ਕੀ ਹੈ 21A। ਹਾਂਜੀ, ਇਹਦੇ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ। ਇਹ ਕੀ ਆ 6 ਤੋਂ 14 ਸਾਲ ਦੇ ਬੱਚੇ ਆ ਜਿਹੜੇ, ਉਹਨਾਂ ਦਾ ਰਾਈਟ ਆ ਉਹ ਫ੍ਰੀ ਸਿੱਖਿਆ ਲੈਣਗੇ। ਹਾਂਜੀ, ਇਹ ਕਦੋਂ ਅਮੈਂਡਮੈਂਟ ਯਾਨੀ ਕਿ ਇਹਦੇ ਵਿੱਚ ਕਦੋਂ ਇਨਕਲੂਡ ਕੀਤਾ ਗਿਆ ਫੰਡਾਮੈਂਟਲ ਰਾਈਟ ਵਿੱਚ, 2002 ਦੇ ਵਿੱਚ। ਤੇ ਇਹ ਕਾਨੂੰਨ ਕਦੋਂ ਬਣਿਆ 2009, ਕਦੇ ਕਹਿੰਦੇ ਆ ਰਾਈਟ ਟੂ ਐਜੂਕੇਸ਼ਨ ਐਕਟ 2009। ਇਹ ਲਾਗੂ ਕਦੋਂ ਹੋਇਆ 1/4/2010 ਨੂੰ ਇਹ ਹੋਇਆ ਲਾਗੂ। ਤੇ ਹੋਰ ਕੁਐਸਚਨ ਜਿਹੜਾ 22ਵਾਂ ਵਾ ਉਹ ਕਾਹਦੇ ਨਾਲ, ਗ੍ਰਿਫਤਾਰੀ। ਹਾਂਜੀ, ਗ੍ਰਿਫਤਾਰੀ ਜਦੋਂ ਪੁਲਿਸ ਕਰਦੀ ਆ ਉਦੋਂ ਜਿਹੜਾ ਜਿਹਦੀ ਗ੍ਰਿਫਤਾਰੀ ਹੁੰਦੀ ਉਹਦੇ ਕੋਲ ਰਾਈਟ ਹੁੰਦਾ ਆਪਦੀ ਪਸੰਦ ਦਾ ਦੇ ਵਿਅਕਤੀ ਤੋਂ ਸਲਾਹ ਲੈ ਸਕਦਾ, ਆਪਦੇ ਪਸੰਦ ਦਾ ਯਾਨੀ ਕਿ ਵਕੀਲ ਕਰ ਸਕਦਾ, ਆਪਦੀ ਚੋਇਸ ਦਾ। ਤੇ ਗ੍ਰਿਫਤਾਰੀ ਕਰਨ ਦੇ 24 ਘੰਟੇ ਦੇ ਅੰਦਰ ਅੰਦਰ ਨੀਅਰੈਸਟ ਮੈਜਿਸਟ੍ਰੇਟ ਨੂੰ ਉਹਦੀ ਇਤਲਾਹ ਦੇਣੀ ਜ਼ਰੂਰੀ ਹੁੰਦੀ ਹੈ। ਹਾਂਜੀ, ਇਹ 22 ਆਰਟੀਕਲ ਕਹਿੰਦਾ ਵਾ। ਤੇ ਇਹਦੇ ਵਾਸਤੇ ਤੁਹਾਨੂੰ ਇੱਕ ਹੋਰ ਗੱਲ ਆ, ਜਦੋਂ ਐਮਰਜੈਂਸੀ ਹੋ ਜਾਂਦੀ ਹੈ, ਐਮਰਜੈਂਸੀ ਲੱਗਦੀ ਹੈ, ਤਾਂ ਸਾਰੇ ਸਾਡੇ ਜਿਹੜੇ ਫੰਡਾਮੈਂਟਲ ਰਾਈਟ ਆ ਉਹ ਵੀ ਯਾਨੀ ਕਿ ਸਸਪੈਂਡ ਹੋ ਜਾਂਦੇ ਆ, ਯਾਨੀ ਕਿ ਉਹ ਵੀ ਆਪਾਂ ਜ਼ਰੂਰੀ ਨਹੀਂ ਵੀ ਉਹ ਮਿਲਣ, ਪਰ ਜਿਹੜਾ 20 ਤੋਂ 21 ਆਰਟੀਕਲ ਆ ਉਹ ਫਿਰ ਵੀ ਯਾਨੀ ਕਿ ਲਾਗੂ ਰਹਿੰਦੇ ਆ, ਕਿਉਂਕਿ ਇਹ ਸਸਪੈਂਡ ਨਹੀਂ ਹੁੰਦੇ ਐਮਰਜੈਂਸੀ ਦੌਰਾਨ। ਇਹ ਵੀ ਨੋਟ ਕਰ ਸਕਦੇ ਹਾਂ 20 ਤੇ 21 ਆਰਟੀਕਲ ਕਿਹੜੇ ਆ, ਉਹ ਅਧਿਕਾਰ ਉਹ ਆ ਜਿਹੜੇ ਐਮਰਜੈਂਸੀ ਦੌਰਾਨ ਵੀ ਬਰਕਰਾਰ ਰਹਿੰਦੇ, ਯਾਨੀ ਕਿ ਸਸਪੈਂਡ ਨਹੀਂ ਹੋ ਸਕਦੇ ਹੁੰਦੇ। ਹਾਂਜੀ, ਇਹਦੇ ਵਾਸਤੇ ਇੱਕ ਤਾਂ ਆਪਾਂ ਯਾਦ ਰੱਖਣਾ 19 ਤੋਂ 22। ਇਹ ਕਿਹੜਾ ਆਹ ਜ਼ਰੂਰ ਯਾਦ ਰੱਖਣਾ ਵਾ ਇੰਪੋਰਟੈਂਟ, ਜਿਹੜਾ ਵਾ ਰਾਈਟ ਟੂ ਐਜੂਕੇਸ਼ਨ। ਹਾਂਜੀ, ਅੱਗੇ ਚੱਲਦੇ ਹਾਂ,
ਕਿਹੜਾ ਰਾਈਟ ਅਗੇਨਸਟ ਐਕਸਪਲੋਇਟੇਸ਼ਨ। ਹਾਂਜੀ ਸ਼ੋਸ਼ਣ ਵਿਰੁੱਧ ਅਧਿਕਾਰ। ਹਾਂਜੀ ਇਹ ਕੀ ਆ? ਹਾਂਜੀ ਗ੍ਰਿਫਤਾਰੀ ਦਾ ਹੋ ਗਿਆ। ਹਾਂਜੀ ਅੱਗੇ ਗੱਲ ਕਰਦੇ ਹਾਂ 23 ਤੇ 24 ਰਾਈਟ ਅਗੇਨਸਟ ਐਕਸਪਲੋਇਟੇਸ਼ਨ। ਹਾਂਜੀ ਇਹ ਆਰਟੀਕਲ ਕਿਹੜਾ ਵਾ? 23 ਤੋਂ 23 ਤੇ 24। ਹਾਂਜੀ ਇਹ ਦੋ ਹੀ ਆ। 23 ਵਿੱਚ ਕੀ ਹੈ ਤੇ 24 ਵਿੱਚ ਕੀ ਆ, ਥੋੜ੍ਹਾ ਜਿਹਾ ਡਿਸਕਸ ਕਰ ਲੈਂਦੇ ਹਾਂ। ਹਾਂਜੀ 23 ਵਿੱਚ ਕਈ ਵਾਰੀ ਤੁਸੀਂ ਸੁਣਿਆ ਹੋਣਾ ਵਾ ਹਿਊਮਨ ਟ੍ਰੈਫਿਕਿੰਗ, ਯਾਨੀ ਕਿ ਮਨੁੱਖੀ ਅੰਗਾਂ ਦੀ ਤਸਕਰੀ। ਇਹਦੇ ਨਾਲ ਸੰਬੰਧਿਤ ਜਾਂ ਕਹਿ ਦਈਏ ਬੰਧੂਆ ਮਜ਼ਦੂਰ, ਵੀ ਬਿਨਾਂ ਪੈਸੇ ਦਿੱਤਿਆਂ ਤੋਂ ਜਾਂ ਬਹੁਤ ਘੱਟ ਪੈਸੇ ਦੇ ਕੇ ਕੰਮ ਕਰਾਉਣਾ, ਬੰਧੂਆ ਮਜ਼ਦੂਰ, ਇਹ ਇਸ ਕੈਟਾਗਰੀ ਨਾਲ। ਇਹ 23 ਦੇ ਵਿੱਚ ਹੈ। ਇੱਕ ਹੈਗਾ 24 ਵਿੱਚ ਕੀ ਹੈ? ਬਾਲ ਮਜ਼ਦੂਰੀ। ਜਿਹੜਾ ਬੰਧੂਆ ਮਜ਼ਦੂਰ ਜਾਂ ਹਿਊਮਨ ਟ੍ਰੈਫਿਕਿੰਗ, ਹਾਂਜੀ ਮਨੁੱਖੀ ਅੰਗਾਂ ਦੀ ਤਸਕਰੀ। ਇਹਦੇ ਵਿੱਚ ਕੀ ਆ ਗਿਆ? ਬਾਲ ਮਜ਼ਦੂਰੀ। ਇਹ ਕੀ ਹੈ? ਬਾਲ ਮਜ਼ਦੂਰੀ। 14 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਜਿਹੜੇ, ਉਹਨਾਂ ਨੂੰ ਯਾਨੀ ਕਿ ਫੈਕਟਰੀ ਵਿੱਚ ਕੰਮ ਆਪਾਂ ਨਹੀਂ ਕਰਵਾ ਸਕਦੇ। ਉਹ ਇੱਦਾਂ ਦਾ ਕੁਝ ਲਿਖਿਆ ਹੋਇਆ ਇੱਥੇ। ਹਾਂਜੀ ਇਹ ਜ਼ਰੂਰ ਆਪਾਂ ਯਾਦ ਰੱਖ ਸਕਦੇ ਹਾਂ ਵੀ ਇਹ ਕੀ ਆ? ਬਾਲ ਮਜ਼ਦੂਰੀ ਨਾਲ ਸੰਬੰਧ। ਇਹ ਕਿਹੜੀ ਹੈ? 14 ਸਾਲ ਤੋਂ ਘੱਟ। ਜੇ ਆਪਾਂ ਇਹਨੂੰ 24 ਨੂੰ ਆਪਾਂ ਰੱਖ ਸਕਦੇ ਯਾਦ। ਇੱਥੇ 14 ਵਾ, ਇੱਥੇ ਕੀ ਹੈ? 24। ਚੌਕਾ ਇੱਥੇ ਆਉਂਦਾ, ਚੌਕਾ ਇੱਥੇ ਆਉਂਦਾ, ਕੋਰਲੇਟ ਜਿਹਾ ਕਰ ਲੈਣਾ ਆਪਾਂ। ਹਾਂਜੀ ਅੱਗੇ ਕੀ ਆ ਗਿਆ? ਧਾਰਮਿਕ ਆਜ਼ਾਦੀ ਦਾ ਅਧਿਕਾਰ। ਰਾਈਟ ਟੂ ਫਰੀਡਮ ਆਫ ਰਿਲੀਜਨ। ਹਾਂਜੀ ਇਹ ਕੀ ਹੈ? ਇਹ ਕਿੰਨੇ ਤੋਂ ਕਿੰਨੇ ਤੱਕ? ਇਹ ਪਤਾ ਹੋਣਾ ਜ਼ਰੂਰ ਚਾਹੀਦਾ। 25 ਤੋਂ 28 ਤੱਕ। ਕਿਹੜੇ ਕਿਹੜੇ ਆ ਉਹ ਇੰਨਾ ਇੰਪੋਰਟੈਂਟ ਨਹੀਂ ਗਾ, ਫਿਰ ਵੀ ਆਪਾਂ ਥੋੜ੍ਹਾ ਜਿਹਾ ਡਿਸਕਸ ਕਰ ਲੈਂਦੇ ਹਾਂ ਵੀ ਕੀ ਹੁੰਦੇ ਆ 25, 26, 27 ਤੇ 28। 25 ਦੇ ਵਿੱਚ ਕੀ ਹੈ? ਕੋਈ ਵੀ ਯਾਨੀ ਕਿ ਧਰਮ, ਵਿਅਕਤੀ ਨੂੰ ਕੋਈ ਵੀ ਧਰਮ ਅਪਣਾਉਣ ਦੀ ਆਜ਼ਾਦੀ ਹੁੰਦੀ ਹੈ, ਕੋਈ ਵੀ ਧਰਮ ਅਪਣਾ ਸਕਦਾ। ਕੋਈ ਵੀ ਧਰਮ ਗ੍ਰਹਿਣ ਕਰ ਸਕਦਾ, ਇਹ ਯਾਦ ਆ। ਹਾਂਜੀ ਇਹਦੇ ਵਿੱਚ ਕੀ ਹੈ? ਕੋਈ ਵੀ ਮਤਲਬ ਜਿਹੜਾ ਧਰਮ ਵਾਲੇ ਆ ਉਹ ਆਪਣੇ ਧਰਮ ਨਾਲ ਸੰਬੰਧਿਤ ਇਮਾਰਤ, ਮੰਦਰ, ਮਸਜਿਦ, ਗੁਰਦੁਆਰਾ ਵਗੈਰਾ ਬਣਾ ਸਕਦੇ ਆ। ਹਾਂਜੀ ਕੀ ਹੈ? ਆਪਾਂ ਇਮਾਰਤ ਬਣਾ ਸਕਦੇ ਆ ਅਤੇ ਉਹਦੀ ਰੱਖ ਰਖਾਵ ਕਰ ਸਕਦੇ ਆ। ਹਾਂਜੀ ਇਹਦੇ ਵਿੱਚ ਕੀ ਹੈ? ਜਿਹੜੇ ਵੀ ਉੱਥੇ ਪੈਸੇ ਆਉਂਦੇ ਆ ਜਾਣੀ ਕਿ ਉਹ ਕੀ ਆ? ਉਹ ਹੁੰਦੀ ਹੈ ਟੈਕਸ ਫ੍ਰੀ, ਕੋਈ ਹਿਸਾਬ ਕਿਤਾਬ ਨਹੀਂ ਹੁੰਦਾ। ਇਹ ਕਿਹੜੇ ਆਰਟੀਕਲ 'ਚ ਆ? ਹਾਂਜੀ 27 ਦੇ ਵਿੱਚ ਹੈ। 28 ਵਿੱਚ ਕੀ ਹੈ? ਇਹਦੇ ਵਿੱਚ ਕੀ ਆ ਵੀ ਆਪਾਂ ਪਾਰਟੀਸਪੇਟ ਕਰ ਸਕਦੇ ਹਾਂ ਜੇ ਆਪਾਂ ਚਾਹੀਏ ਤਾਂ। ਵੀ ਜੇ ਆਪਾਂ ਚਾਹੁੰਦੇ ਹਾਂ ਵੀ ਕਿਸੇ ਸਮਾਗਮ ਦੇ ਵਿੱਚ, ਧਾਰਮਿਕ ਸਮਾਗਮ ਹੋ ਰਿਹਾ, ਉਹਦੇ ਵਿੱਚ ਅਸੀਂ ਪਾਰਟੀਸਪੇਟ ਕਰੀਏ ਤਾਂ ਉਹਦੇ ਵਿੱਚ ਪਾਰਟੀਸਪੇਟ ਕਰਨ ਦੀ ਸਾਨੂੰ ਆਜ਼ਾਦੀ ਆ। ਹਾਂਜੀ ਹਾਂਜੀ ਪਾਰਟੀਸਪੇਟ ਕਰਨ ਦੀ ਕੀ ਆ? ਆਜ਼ਾਦੀ ਆ ਸਾਨੂੰ। ਹਾਂਜੀ ਇਹਦੇ ਵਾਸਤੇ ਕੋਈ ਜ਼ਰੂਰੀ ਨਹੀਂ ਯਾਦ ਕਰਨੇ ਕੀ ਹੋਣਾ ਚਾਹੀਦਾ ਸਾਨੂੰ। ਧਾਰਮਿਕ ਆਜ਼ਾਦੀ ਕਿਹੜੀ ਕਿਹੜੀ ਆ? 25 ਤੋਂ ਲੈ ਕੇ 28 ਤੱਕ। ਹਾਂਜੀ ਅੱਗੇ ਆ ਗਿਆ ਸੰਸਕ੍ਰਿਤੀ ਅਤੇ ਸਿੱਖਿਆ ਦਾ ਅਧਿਕਾਰ। ਹਾਂਜੀ ਕਲਚਰ ਐਂਡ ਐਜੂਕੇਸ਼ਨ। ਰਾਈਟ ਟੂ ਕਲਚਰ ਐਂਡ ਐਜੂਕੇਸ਼ਨ ਕੀ ਹੈ? 29 ਤੇ 30। ਹਾਂਜੀ ਇਹਦੇ ਵਿੱਚ 29 ਵਿੱਚ ਕੀ ਹੈ? ਡਿਸਕਸ ਕਰ ਲੈਂਦੇ ਹਾਂ। ਇਹਦੇ ਵਾਸਤੇ ਯਾਦ ਕੀ ਹੋਣਾ ਚਾਹੀਦਾ ਵਾ? ਇੱਕ ਤਾਂ 29 ਤੇ 30। ਇੱਕ ਇਹ ਜਿਹੜਾ ਵਾ ਇਕੱਲੀ ਮਿਨੋਰਟੀ ਵਾਸਤੇ ਹੈ। ਮਿਨੋਰਟੀ ਦਾ ਮਤਲਬ ਜਿਹੜੇ ਘੱਟ ਗਿਣਤੀ ਹੈ, ਅਤੇ ਇੰਡੀਆ ਦੇ ਵਿੱਚ ਘੱਟ ਗਿਣਤੀ ਕਿਹੜੇ ਮੰਨੇ ਗਏ ਆ? ਹਿੰਦੂਆਂ ਤੋਂ ਬਿਨਾਂ ਬਾਕੀ ਸਾਰੇ। ਉਹ ਕੀ ਹੈ? ਘੱਟ ਗਿਣਤੀ ਆ। ਉਹਨਾਂ ਕੋਲ ਕੀ ਅਧਿਕਾਰ ਆ ਵੀ ਆਪਣੀ ਜਿਹੜੀ ਸੱਭਿਆਚਾਰ ਆ, ਆਪਣਾ ਜਿਹੜਾ ਕਲਚਰ ਆ, ਆਪਣਾ ਜਿਹੜਾ ਪਹਿਰਾਵਾ ਵਾ, ਉਹਨੂੰ ਬਰਕਰਾਰ ਰੱਖ ਸਕਣ। ਉਹਨਾਂ ਕੋਲ ਇਹ ਰਾਈਟ ਆ ਕਿ ਉਹਨੂੰ ਪ੍ਰੀਜ਼ਰਵ ਕਰ ਸਕਣ। ਹਾਂਜੀ ਉਹ ਹੋ ਗਈ ਸੰਸਕ੍ਰਿਤੀ। ਅਤੇ ਇੱਥੇ ਕੀ ਹੈ? ਉਹ ਸੰਸਕ੍ਰਿਤੀ ਗਾਹਾਂ ਸਿਖਾ ਵੀ ਸਕਦੇ ਆ, ਯਾਨੀ ਕਿ ਇੱਥੇ ਸੰਸਕ੍ਰਿਤੀ ਅਤੇ ਸਿੱਖਿਆ ਦਾ ਅਧਿਕਾਰ। ਅਤੇ ਉਹ ਸਿੱਖਿਆ ਮਤਲਬ ਸਕੂਲ ਖੋਲ੍ਹ ਸਕਦੇ। ਉਹਨਾਂ ਕੋਲ ਰਾਈਟ ਆ ਕਿ ਉਹ ਅੱਗੇ ਸਿੱਖਿਆ ਦੇਣ ਵਾਸਤੇ ਸਕੂਲ ਖੋਲ੍ਹ ਸਕਣ। ਹਾਂਜੀ ਉਹਨਾਂ ਨੂੰ ਮਤਲਬ ਸਰਕਾਰ ਰੋਕੂਗੀ ਨਹੀਂ। ਇਹ ਕਿਹੜਾ ਵਾ? ਆਰਟੀਕਲ 30 ਹੈ। ਹੁਣ ਅੱਗੇ ਜਿਹੜਾ ਆਪਾਂ ਕਿਹੜਾ 31, ਉਹ ਕੀ ਹੋ ਗਿਆ? ਹੁਣ ਡਿਲੀਟ ਹੋ ਚੁੱਕਿਆ। ਪਹਿਲਾਂ ਕਿੰਨੇ ਸੀਗੇ, ਹੁਣ ਕਿੰਨੇ ਅਧਿਕਾਰ ਆ? ਹੁਣ ਕਿੰਨੇ ਆ? 6। ਪਹਿਲਾਂ ਕਿੰਨੇ ਸੀਗੇ? 7। ਪਹਿਲਾਂ ਵੀ ਸ਼ਾਇਦ ਗੱਲ ਕਰ ਲਈ ਆਪਾਂ। ਹਾਂਜੀ ਇਹ ਕਦੋਂ ਡਿਲੀਟ ਹੋਇਆ? ਕਦੋਂ ਇਹ ਸੂਚੀ ਤੋਂ ਬਾਹਰ ਕੀਤਾ ਗਿਆ? ਇਹ 1900
1978 ਵਿੱਚ ਹਾਂਜੀ ਕਿਹੜੀ ਸੋਧ ਹੋਈ ਸੀ ਉਦੋਂ? 44ਵੀਂ ਸੋਧ ਤਹਿਤ ਹਾਂਜੀ ਕੀ ਹੋਈ ਸੀ? 44ਵੀਂ ਸੋਧ। ਉਹਦੇ ਵਿੱਚ ਕੀ ਹੋਇਆ? ਸੰਪत्ति ਦੇ ਅਧਿਕਾਰ ਨੂੰ 1978 ਵਿੱਚ ਹਾਂਜੀ ਉਦੋਂ 44ਵੀਂ ਸੋਧ ਹੋਈ ਸੀ। ਤੇ ਇਹਨੂੰ ਆਪਾਂ ਯਾਨੀ ਕਿ ਇਹ ਨਹੀਂ ਵੀ ਉਹਦੇ ਵਿੱਚੋਂ ਡਿਲੀਟ ਹੀ ਕਰਤਾ, ਹੁਣ ਸਾਡਾ ਅਧਿਕਾਰ ਨਹੀਂ ਵੀ ਪ੍ਰਾਪਰਟੀ ਬਣਾਉਣ ਦਾ, ਜਾਇਦਾਦ ਬਣਾਉਣ ਦਾ ਅਧਿਕਾਰ ਨਹੀਂ, ਹੁਣ ਸਾਡਾ ਇਹ ਫੰਡਾਮੈਂਟਲ ਅਧਿਕਾਰ ਨਹੀਂ ਰਿਹਾ। ਹਾਂਜੀ ਇਹ ਜਿਹੜਾ ਕਿੱਥੇ ਹੁਣ ਕਿਹਦੇ ਆਰਟੀਕਲ ਵਿੱਚ 300 ਏ ਦੇ ਵਿੱਚ ਯਾਨੀ ਕਿ ਇਹਦੇ ਵਿੱਚ ਇਨਕਲੂਡ ਕਰਤਾ, ਆਮ ਅਧਿਕਾਰ ਬਣ ਗਿਆ, ਨਾ ਕਿ ਹੁਣ ਮੌਲਿਕ ਅਧਿਕਾਰ ਰਿਹਾ। ਹਾਂਜੀ ਮੌਲਿਕ ਅਧਿਕਾਰ ਕੀ ਆ? ਅਗਲੇ ਜਿਹੜਾ ਆਰਟੀਕਲ ਉਹ 'ਚ ਕਲੀਅਰ ਹੋ ਜਾਊਗਾ। ਅਗਲਾ ਆਰਟੀਕਲ ਕਿਹੜਾ? 32। ਹਾਂਜੀ ਜੇ ਇਹ ਕੀ ਆ? ਜੇਕਰ ਸਾਨੂੰ ਲੱਗਦਾ ਵੀ ਕੋਈ ਵੀ ਜਿਹੜਾ ਇਹ ਸਾਡਾ ਰਾਈਟ ਆ ਉਹ ਨਹੀਂ ਫੁੱਲਫਿਲ ਹੋਇਆ ਜਾਂ ਇਹਦਾ ਮਤਲਬ ਹਨਨ ਹੋ ਰਿਹਾ, ਤਾਂ ਅਸੀਂ ਕੀ ਕਰ ਸਕਦੇ ਹਾਂ? ਐਪਲੀਕੇਸ਼ਨ ਦੇ ਸਕਦੇ ਹਾਂ ਕਿੱਥੇ? ਸੁਪਰੀਮ ਕੋਰਟ ਦੇ ਵਿੱਚ। ਸਿੱਧੇ ਹੀ ਕਿੱਥੇ ਦੇ ਸਕਦੇ ਹਾਂ? ਸੁਪਰੀਮ ਕੋਰਟ ਵਿੱਚ। ਹੋਰ ਕੇਸ ਦੇ ਜੇ ਤੁਹਾਡਾ ਮੌਲਿਕ ਅਧਿਕਾਰ ਨਹੀਂ, ਫਿਰ ਨਹੀਂ ਅਸੀਂ ਸਿੱਧਾ ਸੁਪਰੀਮ ਕੋਰਟ ਵਿੱਚ ਦੇ ਸਕਦੇ ਐਪਲੀਕੇਸ਼ਨ। ਹਾਂਜੀ ਇਹ ਫਰਕ ਆ। ਅਤੇ ਸੁਪਰੀਮ ਕੋਰਟ ਕੀ ਆ? ਸਾਡੇ ਜਿਹੜੇ ਆ ਰਾਈਟ ਆ ਉਹਨੂੰ ਯਾਨੀ ਕਿ ਪ੍ਰੋਟੈਕਟ ਕਰਨ ਦੀ ਪ੍ਰੋਟੈਕਟ ਕਰੂਗੀ। ਠੀਕ ਹੈ। ਉਹਦੇ ਕੋਲੇ ਕੀ ਹੈ? ਕੀ ਕੁਝ ਹੁੰਦਾ? ਉਹਦੇ ਕੋਲੇ 5 ਟਾਈਪਸ ਦੀ ਰੇਟਸ ਆ, 5 ਤਰ੍ਹਾਂ ਦੀ ਕੀ ਆ? ਰੇਟਾਂ। ਠੀਕ ਹੈ, 5 ਤਰ੍ਹਾਂ ਦੀ ਰੇਟ ਇਹ ਪਤਾ ਹੋਣਾ ਚਾਹੀਦਾ। ਅਤੇ ਅਸੀਂ ਜਿਹੜੀ ਐਪਲੀਕੇਸ਼ਨ ਆ ਸੁਪਰੀਮ ਕੋਰਟ 'ਚ ਵੀ ਦੇ ਸਕਦੇ ਹਾਂ ਅਤੇ ਹਾਈ ਕੋਰਟ 'ਚ ਵੀ ਦੇ ਸਕਦੇ ਹਾਂ। ਜਿਹੜਾ ਹਾਈ ਕੋਰਟ ਦੇ ਵਿੱਚ ਆ ਉਹ ਆਰਟੀਕਲ ਕਿੰਨੇ ਦੇ ਵਿੱਚ ਲਿਖਿਆ ਹੋਇਆ ਵੀ ਹਾਈ ਕੋਰਟ ਕੋਲ ਵੀ ਅਧਿਕਾਰ ਆ 5 ਤਰ੍ਹਾਂ ਦੀਆਂ ਰਿਟ ਜਾਰੀ ਕਰਨ ਦਾ? ਉਹ ਕਿਹੜੇ ਆਰਟੀਕਲ 'ਚ? 226। ਹਾਂਜੀ ਇੱਕ ਹੋਰ ਇੱਥੇ ਕੁਐਸਚਨ ਬਣਦਾ ਵਾ ਕਿ ਜਿਹੜਾ ਡਾਕਟਰ ਭੀਮ ਰਾਓ ਅੰਬੇਦਕਰ ਸੀ ਉਸ ਨੇ ਜਿਹੜਾ ਆਰਟੀਕਲ 32 ਨੂੰ ਕੀ ਕਿਹਾ ਹੈਗਾ? ਸੰਵਿਧਾਨ ਦੀ ਆਤਮਾ। ਕੀ ਕਿਹਾ ਵਾ? ਸੰਵਿਧਾਨ ਦੀ ਆਤਮਾ। ਕੁਐਸਚਨ ਬਣ ਸਕਦਾ ਸੰਵਿਧਾਨ ਦੀ ਆਤਮਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਹਿਸਾਬ ਨਾਲ ਕਿਹੜਾ ਆਰਟੀਕਲ? ਹਾਂਜੀ ਸਾਡਾ ਆਨਸਰ ਕੀ ਹੋਊਗਾ? 32। ਪਰ ਜੇਕਰ ਵੈਸੇ ਕੁਐਸਚਨ ਆ ਜਾਵੇ, ਇੱਥੇ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਆ ਵੀ ਸੰਵਿਧਾਨ ਦੀ ਆਤਮਾ ਕਿਸ ਨੂੰ ਕਹਿੰਦੇ ਹਨ, ਫਿਰ ਕੀ ਆ? ਯਾਨੀ ਕਿ ਡਾਕਟਰ ਭੀਮ ਰਾਓ ਅੰਬੇਦਕਰ ਦਾ ਨਾਮ ਨਹੀਂ ਆਉਂਦਾ, ਫਿਰ ਇਹਦਾ ਆਨਸਰ ਹੈਗਾ ਵਾ ਪ੍ਰੀਐਮਬਲ, ਪ੍ਰਸਤਾਵਨਾ। ਕੀ ਹੈ? ਪ੍ਰਸਤਾਵਨਾ। ਤੁਸੀਂ ਕੁਐਸਚਨ ਬਣਾ ਸਕਦੇ ਹੋ। ਸੰਵਿਧਾਨ ਦੀ ਆਤਮਾ ਕਿਸ ਨੂੰ ਕਹਿੰਦੇ ਹਨ? ਕਿਸ ਨੂੰ ਕਹਿੰਦੇ ਆ ਸੰਵਿਧਾਨ ਦੀ ਆਤਮਾ? ਕਿਹਨੂੰ ਕਹਿੰਦੇ ਆ? ਪ੍ਰਸਤਾਵਨਾ ਨੂੰ, ਪ੍ਰੀਐਮਬਲ ਨੂੰ। ਅਤੇ ਜੇ ਜਿਵੇਂ ਡਾਕਟਰ ਭੀਮ ਰਾਓ ਅੰਬੇਦਕਰ ਦੇ ਅਕੋਰਡਿੰਗ ਸੰਵਿਧਾਨ ਦੀ ਆਤਮਾ ਕਿਸ ਨੂੰ ਕਹਿੰਦੇ ਹਨ? ਕਿਹੜੇ ਆਰਟੀਕਲ ਨੂੰ ਕਹਿੰਦੇ ਆ? ਤਾਂ ਕੀ ਕੁਐਸਚਨ ਆ? ਆਨਸਰ ਕੀ ਹੈ? ਆਰਟੀਕਲ 32। ਹਾਂਜੀ ਹੁਣ ਜਲਦੀ ਆਪਾਂ ਫਿਰ ਇੱਕ ਵਾਰੀ ਰਿਹਾਈ ਕਰ ਲੈਂਦੇ ਹਾਂ। ਅਸੀਂ ਕੀ ਪੜ੍ਹਿਆ, ਕਿਹੜਾ ਯਾਨੀ ਕਿ ਇੰਪੋਰਟੈਂਟ ਆ ਉਹ ਗੱਲ ਕਰਾਂਗੇ ਆਪਾਂ। ਹਾਂਜੀ ਇੰਪੋਰਟੈਂਟ ਕੀ ਆ? ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਸਮਾਨਤਾ ਦਾ ਅਧਿਕਾਰ ਕਿੱਥੋਂ ਕਿੱਥੇ ਤੱਕ ਆ? 14 ਤੋਂ 18 ਦੇ ਵਿੱਚ। ਇਹਦੇ ਵਾਸਤੇ ਇੰਪੋਰਟੈਂਟ ਆਪਾਂ ਕੀ ਪੜ੍ਹਿਆ ਸੀ? 17। ਉਹ ਕੀ ਸੀਗਾ? ਇਹਦੇ ਵਾਸਤੇ ਤੁਹਾਨੂੰ ਦੱਸਦਾ ਏਕ ਸਾਥ, ਇਕੱਠੇ ਰਹਿੰਦੇ ਆ ਤਾਂ ਅਸ਼ੁੱਧਤਾ ਤੋਂ ਕੋਈ ਚੱਕਰ ਨਹੀਂ, ਅੰਤ ਹੋ ਜਾਂਦਾ। ਜਸਟ ਹਿੰਟ ਵਜੋਂ ਇੱਥੇ ਆਪਾਂ ਕਿਹੜਾ ਯਾਦ ਰੱਖਿਆ ਸੀ? ਤਾਂ 19 ਤੋਂ 22 ਤੱਕ ਤਾਂ ਰੱਖਣਾ ਹੀ ਰੱਖਣਾ, ਤਾਂ ਵੀ 14 ਤੋਂ 18 ਤੱਕ ਆ ਕੀ ਆ? 19 ਤੋਂ 22 ਤੱਕ। ਅਤੇ ਇਹਦੇ ਵਾਸਤੇ ਆਪਾਂ ਇੱਕ ਕਿਹੜਾ ਆਰਟੀਕਲ ਇੰਪੋਰਟੈਂਟ ਸਮਝਿਆ ਸੀ? 21A। ਇਹ ਕੀ ਹੈ? ਰਾਈਟ ਟੂ ਐਜੂਕੇਸ਼ਨ। ਰਾਈਟ ਟੂ ਐਜੂਕੇਸ਼ਨ। ਰਾਈਟ ਟੂ ਐਜੂਕੇਸ਼ਨ ਵਿੱਚ ਕੀ ਸੀਗਾ? 2002 ਦੇ ਵਿੱਚ ਹਾਂਜੀ ਮੌਲਿਕ ਅਧਿਕਾਰਾਂ ਵਿੱਚ ਕੀਤਾ ਗਿਆ ਅਮੈਂਡਮੈਂਟ ਤਹਿਤ। ਹਾਂਜੀ 2009 'ਚ ਬਣਿਆ ਕਾਨੂੰਨ ਅਤੇ 1/4/2010 ਨੂੰ ਹੋਇਆ ਲਾਗੂ। ਹਾਂਜੀ ਜਿਹੜਾ ਇਹ ਆ 23-24 ਯਾਦ ਰੱਖ ਲੈਣਾ ਐਕਸਪਲੋਇਟੇਸ਼ਨ ਵਾਲਾ। ਅਤੇ ਇਹਦੇ ਵਿੱਚ ਕੀ ਹੈ? ਇਹ ਇਕੱਲਾ ਕਾਹਦੇ ਵਾਸਤੇ ਆ? ਹਾਂਜੀ ਇਹਦੇ ਵਿੱਚ ਆਪਾਂ ਕੀ ਹੈ? ਆਹ ਯਾਦ ਕੀਤਾ ਸੀਗਾ 24। ਇਹ ਕਾਹਦੇ ਵਾਸਤੇ? ਇਹ ਇੰਪੋਰਟੈਂਟ ਆ। ਇਹ ਕਾਹਦਾ? ਬਾਲ ਮਜ਼ਦੂਰੀ 14 ਸਾਲ ਤੋਂ ਘੱਟ ਉਮਰਲੇ ਬੱਚਿਆਂ ਵਾਸਤੇ ਆ ਵੀ ਇਹ ਫੈਕਟਰੀ ਵਿੱਚ ਕੰਮ ਨਹੀਂ ਕਰਨਗੇ। 24 ਵਾਲਾ ਆਪਾਂ ਯਾਦ ਕਰ ਸਕਦੇ ਹਾਂ। ਅਤੇ ਧਾਰਮਿਕ ਆਜ਼ਾਦੀ ਦਾ ਇਕੱਲਾ ਇੰਨਾ ਹੀ ਬਹੁਤ ਜ਼ਿਆਦਾ ਆਪਣਾ ਹੋਵੇ 25 ਤੋਂ 28 ਤੱਕ। ਅਤੇ ਸੰਸਕ੍ਰਿਤੀ ਅਤੇ ਸਿੱਖਿਆ ਕੀ ਸੀਗਾ? 29-33। ਇਹਦੇ ਵਿੱਚ ਕੀ ਯਾਦ ਕਰ ਸਕਦੇ? 29-30 ਦੇ ਨਾਲ
ਵੀ ਇਹ ਘੱਟ ਗਿਣਤੀ ਵਾਸਤੇ ਹੈ। ਕਾਹਦੇ ਵਾਸਤੇ ਹੈ? ਘੱਟ ਗਿਣਤੀ ਲਈ। ਤੇ ਕਹਾ ਗਿਆ ਸੰਪत्ति ਦਾ ਅਧਿਕਾਰ ਉਹ ਕਿੰਨਾ ਵਾ ਇਹਦੇ ਵਾਸਤੇ? ਇਹ ਕਦੋਂ ਮਤਲਬ ਸੂਚੀ ਤੋਂ ਬਾਹਰ ਕੀਤਾ ਸੀ? 1978 ਦਾ ਪਤਾ ਹੋਣਾ ਚਾਹੀਦਾ। ਕਿਹੜੀ ਸੋਚ ਸੀਗੀ? 44ਵੀਂ। ਕਿਹੜੀ ਸੋਚ ਸੀਗੀ ਇਹ? ਤੇ ਹੁਣ ਕਿਹੜਾ ਬਣ ਗਿਆ? 300A। ਆਹ ਤਾਂ ਜ਼ਰੂਰ ਪਤਾ ਹੋਣਾ ਚਾਹੀਦਾ। ਹਾਂਜੀ, ਸੰਵਿਧਾਨਕ ਉਪਚਾਰ ਦਾ ਅਧਿਕਾਰ ਕੀ ਹੈ? 32। ਉਦੋਂ ਕਿੱਥੇ ਆ? ਸੁਪਰੀਮ ਕੋਰਟ। ਕਿੰਨੀਆਂ ਰਿਟ ਜਾਰੀ ਕਰ ਸਕਦੀਆਂ? 5। ਇਹ ਪਤਾ ਹੋਣਾ ਚਾਹੀਦਾ। ਹਾਈ ਕੋਰਟ ਵੀ 5 ਕਰ ਸਕਦਾ, ਪਰ ਇਹ ਆਰਟੀਕਲ ਹੋਰ ਆ। ਕਿੰਨਾ ਵਾ? 200। ਹਾਂਜੀ, 2 to 6। ਤੇ ਇਹਦੇ ਵਾਸਤੇ ਇੱਕ ਹੋਰ ਆਪਾਂ ਕੁਐਸਚਨ ਕੀਤਾ ਸੀਗਾ, ਡਾਕਟਰ ਭੀਮ ਰਾਓ ਅੰਬੇਦਕਰ ਨੇ ਕਿਸ ਆਰਟੀਕਲ ਨੂੰ ਸੰਵਿਧਾਨ ਦੀ ਆਤਮਾ ਦਾ ਨਾਂ ਦਿੱਤਾ? ਉਹ ਕਿਹੜਾ ਸੀਗਾ? ਆਰਟੀਕਲ 32। ਤੇ ਵੈਸੇ ਸੰਵਿਧਾਨ ਦੀ ਆਤਮਾ, ਵੀ ਤੁਹਾਡਾ ਕੁਐਸਚਨ ਉਹ ਆਵੇ ਤੇ ਆਪਾਂ ਇਹ ਅਟੈਂਪਟ ਕਰੀਏ, ਸੰਵਿਧਾਨ ਦੀ ਆਤਮਾ ਵੈਸੇ ਕਿਹੜਾ ਵਾ? ਪ੍ਰਸਤਾਵਨਾ। ਤੇ ਭਾਗ ਕਿਹੜਾ? ਤੀਸਰਾ। ਇਹ ਆਪਾਂ ਪਹਿਲਾਂ ਗੱਲ ਕੀਤਾ ਸੀਗਾ। ਤੇ USA ਕਿੰਨਾ ਤੋਂ ਇਹ ਕੀ ਲਿਆ? ਇਹ ਕੰਸੈਪਟ ਕਿੱਥੋਂ ਕਿਹੜੀ ਕੰਟਰੀ ਤੋਂ ਲਿਆ ਗਿਆ? USA ਤੋਂ। ਤੇ ਇੱਕ ਕਈ ਵਾਰੀ ਮੌਲਿਕ ਅਧਿਕਾਰ ਕਿਹੜੇ ਆਰਟੀਕਲ ਤੋਂ ਕਿਹੜੇ ਆਰਟੀਕਲ ਤੱਕ ਆ? ਉਹ ਤਾਂ ਹੈਗਾ 12 ਤੋਂ 35। ਜਦੋਂ ਇਹ ਨਹੀਂ ਆਪਸ਼ਨ ਆਉਂਦੀ, ਠੀਕ ਹੈ, ਕਿਉਂਕਿ 12 ਜਿਹੜਾ ਆਪਾਂ 12, 13 ਤੇ ਜਿਹੜੇ ਬਾਅਦ 'ਚ ਆਪਾਂ ਡਿਸਕਸ ਨਹੀਂ ਕੀਤੇ ਉਹ ਵੀ ਫੰਡਾਮੈਂਟਲ ਰਾਈਟ ਨਾਲ ਰਿਲੇਟਡ ਹੀ ਹੈ। ਪਰ ਜੇ ਆਪਸ਼ਨ ਨਹੀਂ ਆਉਂਦੀ ਤਾਂ ਇਹ ਆਪਸ਼ਨ ਵੀ ਆਪਾਂ ਜਾਣੀ ਕਿ ਲਾ ਸਕਦੇ ਹਾਂ। ਕਿਹੜੀ? 14 ਤੋਂ 32। 14 ਤੋਂ 32, 14 ਤੋਂ ਲੈ ਕੇ 32। ਜੇ ਇਹ ਆਉਂਦੀ ਆ 12 ਤੋਂ 35 ਫਿਰ ਤਾਂ ਇਹੀ ਲਾਉਣੀ ਆ, ਠੀਕ ਹੈ। ਤੇ ਜੇ ਨਹੀਂ ਤਾਂ ਕਿਹੜੀ ਆਪਸ਼ਨ ਲਵਾਂਗੇ ਆਪਾਂ? 14 ਤੋਂ 32। ਤੇ ਅੱਜ ਲਈ ਇੰਨਾ ਹੀ। ਤੇ ਜੇਕਰ ਤੁਸੀਂ ਇਹ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ। ਚਲੋ, ਧੰਨਵਾਦ।